ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡਾ ਅਧਿਆਇ 10 ਨਮੂਨੇ ਚੱਲ ਰਿਹਾ ਹੈ ਤੇ ਅੱਜ ਅਸੀਂ ਵੱਖ-ਵੱਖ ਉਦਾਹਰਨਾਂ ਰਾਹੀਂ ਸਮਮਿਤੀ ਆਕ੍ਰਿਤੀਆਂ ਅਤੇ ਸਮਮਿਤੀ ਰੇਖਾ ਬਾਰੇ ਪੜਾਂਗੇ ਤੇ ਆਓ ਸ਼ੁਰੂ ਕਰੀਏ। ਬੱਚਿਓ, ਜਦੋਂ ਤੁਸੀਂ ਸ਼ੀਸ਼ੇ ਸਾਹਮਣੇ ਖੜੇ ਹੁੰਦੇ ਹੋ ਤਾਂ ਤੁਹਾਨੂੰ ਆਪਣੇ ਜਿਹੀ ਇੱਕ ਹੋਰ ਆਕ੍ਰਿਤੀ ਨਜ਼ਰ ਆਉਂਦੀ ਹੈ। ਇਹ ਤੁਹਾਡੀ ਦਰਪਣ ਆਕ੍ਰਿਤੀ ਹੈ। ਬੱਚਿਓ, ਇੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਹੱਥ ਅਤੇ ਉਸਦੀ ਦਰਪਣ ਆਕ੍ਰਿਤੀ ਦਾ ਮਾਪ ਬਿਲਕੁਲ ਬਰਾਬਰ ਹੈ ਤੇ ਬੱਚਿਓ, ਬਰਾਬਰ ਮਾਪ ਵਾਲੀਆਂ ਆਕ੍ਰਿਤੀਆਂ ਨੂੰ ਸਮਮਿਤੀ ਆਕ੍ਰਿਤੀ ਆਖਦੇ ਹਾਂ। ਬੱਚਿਓ, ਅਸੀਂ ਆਪਣੇ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਕ੍ਰਿਤੀਆਂ ਦੇਖਦੇ ਹਾਂ ਜੋ ਕਿ ਇੱਕ ਦੂਜੇ ਦੀਆਂ ਦਰਪਣ ਆਕ੍ਰਿਤੀਆਂ ਨਜ਼ਰ ਆਉਂਦੀਆਂ ਹਨ ਤੇ ਅਸੀਂ ਇਹਨਾਂ ਨੂੰ ਸਮਮਿਤੀ ਆਕ੍ਰਿਤੀਆਂ ਕਹਿੰਦੇ ਹਾਂ। ਬੱਚਿਓ, ਇੱਕ ਹੀ ਆਕ੍ਰਿਤੀ ਦੇ ਵੱਖ-ਵੱਖ ਭਾਗ ਵੀ ਇੱਕ ਦੂਜੇ ਦੇ ਸਮਮਿਤੀ ਹੋ ਸਕਦੇ ਹਨ। ਜਿਵੇਂ ਕਿ ਅਸੀਂ ਇਸ ਫੁੱਲ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਦਿੰਦੇ ਹਾਂ ਤੇ ਬੇਟਾ ਦੇਖੋ, ਹੁਣ ਫੁੱਲ ਦਾ ਇੱਕ ਭਾਗ ਦੂਜੇ ਭਾਗ ਨੂੰ ਚੰਗੀ ਤਰ੍ਹਾਂ ਢੱਕ ਲੈਂਦਾ ਹੈ ਤੇ ਇਸ ਦਾ ਭਾਵ ਹੈ ਇਹ ਇੱਕ ਸਮਮਿਤੀ ਆਕ੍ਰਿਤੀ ਹੈ। ਤੇ ਬੱਚਿਓ, ਜਿਹੜੀ ਰੇਖਾ ਇਸ ਫੁੱਲ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਹੈ ਉਸ ਨੂੰ ਸਮਮਿਤੀ ਰੇਖਾ ਕਹਿੰਦੇ ਹਨ। ਇਸ ਨੂੰ ਅਸੀਂ ਇੱਕ ਹੋਰ ਉਦਾਹਰਣ ਰਾਹੀਂ ਸਮਝਦੇ ਹਾਂ। ਬੱਚਿਓ, ਇਸ ਲਈ ਮੈਂ ਇੱਕ ਕਾਗਜ਼ ਦਾ ਟੁਕੜਾ ਲਿਆ ਹੈ। ਹੁਣ ਕਾਗਜ਼ ਦੇ ਟੁਕੜੇ ਤੇ ਮੈਂ ਸਿਆਹੀ ਦਾ ਤੁਪਕਾ ਪਾਇਆ ਹੈ। ਹੁਣ ਸਿਆਹੀ ਵਾਲੀ ਜਗ੍ਹਾ ਤੋਂ ਕਾਗਜ਼ ਨੂੰ ਮੋੜਦੇ ਹਾਂ। ਆਓ ਹੁਣ ਇਸ ਕਾਗਜ਼ ਨੂੰ ਖੋਲ ਕੇ ਦੇਖਦੇ ਹਾਂ। ਦੇਖੋ ਬੱਚਿਓ, ਇਸ ਕਾਗਜ਼ ਉੱਪਰ ਹੁਣ ਦੋ ਆਕ੍ਰਿਤੀਆਂ ਬਣ ਗਈਆਂ ਹਨ ਜੋ ਕਿ ਇੱਕੋ ਜਿਹੀਆਂ ਹਨ। ਇਸ ਨੂੰ ਅਸੀਂ ਸਮਮਿਤੀ ਆਕ੍ਰਿਤੀਆਂ ਕਹਿ ਸਕਦੇ ਹਾਂ। ਸਮਮਿਤੀ ਭਾਵ ਬਰਾਬਰ ਮਾਪ ਵਾਲੀਆਂ ਆਕ੍ਰਿਤੀਆਂ। ਹੁਣ ਇਸ ਨੂੰ ਅਸੀਂ ਇੱਕ ਹੋਰ ਤਰੀਕੇ ਰਾਹੀਂ ਸਮਝਦੇ ਹਾਂ। ਬੱਚਿਓ, ਇਸ ਲਈ ਮੈਂ ਇੱਕ ਆਇਤਾਕਾਰ ਕਾਗਜ਼ ਲਿਆ ਹੈ। ਹੁਣ ਮੈਂ ਇਸ ਆਇਤਾਕਾਰ ਕਾਗਜ਼ ਨੂੰ ਲੰਬਾਈ ਵਾਲੇ ਪਾਸੇ ਤੋਂ ਅੱਧ ਤੇ ਮੋੜਦੀ ਹਾਂ ਤੇ ਦੇਖੋ ਬੇਟਾ, ਹੁਣ ਇਸ ਆਇਤਾਕਾਰ ਕਾਗਜ਼ ਉੱਪਰ ਇੱਕ ਤਹਿ ਬਣ ਗਈ ਹੈ ਤੇ ਇਹ ਤਹਿ ਇਸ ਕਾਗਜ਼ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਤੇ ਇਸ ਲਈ ਇਸ ਤਹਿ ਨੂੰ ਅਸੀਂ ਸਮਮਿਤੀ ਰੇਖਾ ਕਹਾਂਗੇ। ਹੁਣ ਬੱਚਿਓ, ਮੈਂ ਇਸ ਕਾਗਜ਼ ਨੂੰ ਚੌੜਾਈ ਵਾਲੇ ਪਾਸੇ ਤੋਂ ਅੱਧ ਤੇ ਮੋੜਦੀ ਹਾਂ ਤੇ ਬੇਟਾ ਦੇਖੋ, ਚੌੜਾਈ ਵਾਲੇ ਪਾਸੇ ਤੋਂ ਮੋੜਨ ਤੋਂ ਬਾਅਦ ਇਸ ਕਾਗਜ਼ ਵਿੱਚ ਇੱਕ ਹੋਰ ਤਹਿ ਬਣ ਗਈ ਹੈ। ਇਹ ਤਹਿ ਵੀ ਸਮਮਿਤੀ ਰੇਖਾ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਇਸ ਆਇਤਾਕਾਰ ਕਾਗਜ਼ ਦੀਆਂ ਦੋ ਸਮਮਿਤੀ ਰੇਖਾਵਾਂ ਹਨ। ਬੱਚਿਓ, ਬਰਾਬਰ ਭੁਜਾਵਾਂ ਵਾਲੀ ਤਿਕੋਣ ਦੀਆਂ ਤਿੰਨ ਸਮਮਿਤੀ ਰੇਖਾਵਾਂ ਹੁੰਦੀਆਂ ਹਨ ਤੇ ਬੱਚਿਓ ਦੇਖੋ, ਪਹਿਲੀ ਸਮਮਿਤੀ ਰੇਖਾ ਤੋਂ ਤਿਕੋਣ ਨੂੰ ਮੋੜਨ ਤੇ ਇਸ ਦੇ ਇੱਕ ਭਾਗ ਨੇ ਦੂਜੇ ਭਾਗ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੈ। ਹੁਣ ਦੇਖੋ ਬੇਟਾ, ਦੂਸਰੀ ਸਮਮਿਤੀ ਰੇਖਾ ਤੋਂ ਤਿਕੋਣ ਨੂੰ ਮੋੜਨ ਤੇ ਫਿਰ ਇਸ ਦੇ ਇੱਕ ਭਾਗ ਨੇ ਦੂਜੇ ਭਾਗ ਨੂੰ ਢੱਕ ਲਿਆ ਹੈ। ਤੀਸਰੀ ਸਮਮਿਤੀ ਰੇਖਾ ਤੋਂ ਤਿਕੋਣ ਨੂੰ ਮੋੜਨ ਤੇ ਇਸ ਦੇ ਇੱਕ ਭਾਗ ਨੇ ਦੂਸਰੇ ਭਾਗ ਨੂੰ ਢੱਕ ਲਿਆ ਹੈ। ਆਓ ਹੁਣ ਅਸੀਂ ਸਮਮਿਤੀ ਰੇਖਾਵਾਂ ਬਣਾਉਣੀਆਂ ਸਿੱਖਦੇ ਹਾਂ। ਦੇਖੋ ਬੇਟਾ, ਇਹ ਹੈ ਇੰਗਲਿਸ਼ ਦਾ ਅੱਖਰ A। ਇਸ ਨੂੰ ਅਸੀਂ ਲੰਬਾਈ ਵਾਲੇ ਪਾਸੇ ਤੋਂ ਤਾਂ ਦੋ ਬਰਾਬਰ ਭਾਗਾਂ ਵਿੱਚ ਵੰਡ ਸਕਦੇ ਹਾਂ, ਪਰ ਹੋਰ ਕਿਸੇ ਪਾਸੇ ਤੋਂ ਅਸੀਂ ਇਸ ਅੱਖਰ ਨੂੰ ਦੋ ਬਰਾਬਰ ਭਾਗਾਂ ਵਿੱਚ ਨਹੀਂ ਵੰਡ ਸਕਦੇ। ਇਸ ਲਈ ਬੱਚਿਓ, ਇਸ ਅੱਖਰ ਵਿੱਚ ਇੱਕ ਹੀ ਸਮਮਿਤੀ ਰੇਖਾ ਬਣਦੀ ਹੈ। ਬੱਚਿਓ ਦੇਖੋ, ਇਹ ਹੈ ਇੰਗਲਿਸ਼ ਦਾ ਅੱਖਰ T। ਬੱਚਿਓ, ਇਸ ਅੱਖਰ ਨੂੰ ਅਸੀਂ ਲੰਬਾਈ ਵਾਲੇ ਪਾਸੇ ਤੋਂ ਤਾਂ ਦੋ ਬਰਾਬਰ ਭਾਗਾਂ ਵਿੱਚ ਵੰਡ ਸਕਦੇ ਹਾਂ, ਪਰ ਹੋਰ ਕਿਸੇ ਵੀ ਪਾਸੇ ਤੋਂ ਅਸੀਂ ਇਸ ਅੱਖਰ ਨੂੰ ਦੋ ਬਰਾਬਰ ਭਾਗਾਂ ਵਿੱਚ ਨਹੀਂ ਵੰਡ ਸਕਦੇ। ਇਸ ਦਾ ਮਤਲਬ ਹੈ ਇਸ ਅੱਖਰ ਵਿੱਚ ਇੱਕ ਹੀ ਸਮਮਿਤੀ ਰੇਖਾ ਬਣਦੀ ਹੈ। ਬੱਚਿਓ ਦੇਖੋ, ਸਾਡੇ ਕੋਲ ਹੈ ਇੰਗਲਿਸ਼ ਦਾ ਅੱਖਰ H।
ਬੱਚਿਓ ਇਸ ਨੂੰ ਅਸੀਂ ਲੰਬਾਈ ਵਾਲੇ ਪਾਸੇ ਤੋਂ ਦੋ ਬਰਾਬਰ ਭਾਗਾਂ ਵਿੱਚ ਵੰਡ ਸਕਦੇ ਹਾਂ ਤੇ ਇਸੇ ਤਰ੍ਹਾਂ ਹੀ ਬੱਚਿਓ ਅਸੀਂ ਇਸ ਅੱਖਰ ਨੂੰ ਚੌੜਾਈ ਵਾਲੇ ਪਾਸੇ ਤੋਂ ਵੀ ਦੋ ਬਰਾਬਰ ਭਾਗਾਂ ਵਿੱਚ ਵੰਡ ਸਕਦੇ ਹਾਂ। ਇਸ ਦਾ ਭਾਵ ਹੈ H ਅੱਖਰ ਵਿੱਚ ਦੋ ਸਮਮਿਤੀ ਰੇਖਾਵਾਂ ਬਣਦੀਆਂ ਹਨ। ਦੇਖੋ ਬੱਚਿਓ ਅਸੀਂ ਵਰਗ ਆਕਾਰ ਆਕ੍ਰਿਤੀ ਨੂੰ 1 2 3 ਅਤੇ 4 ਵੱਖ-ਵੱਖ ਤਰੀਕਿਆਂ ਨਾਲ ਦੋ ਬਰਾਬਰ ਭਾਗਾਂ ਵਿੱਚ ਵੰਡ ਸਕਦੇ ਹਾਂ। ਇਸ ਦਾ ਭਾਵ ਹੈ ਵਰਗ ਆਕਾਰ ਆਕ੍ਰਿਤੀ ਦੀਆਂ 4 ਸਮਮਿਤੀ ਰੇਖਾਵਾਂ ਹੁੰਦੀਆਂ ਹਨ। ਇਸ ਤਰ੍ਹਾਂ ਬੱਚਿਓ ਦੇਖੋ ਅੱਜ ਅਸੀਂ ਵੱਖ-ਵੱਖ ਉਦਾਹਰਨਾਂ ਰਾਹੀਂ ਸਮਮਿਤੀ ਆਕ੍ਰਿਤੀਆਂ ਅਤੇ ਸਮਮਿਤੀ ਰੇਖਾਵਾਂ ਬਾਰੇ ਪੜ੍ਹਿਆ ਹੈ। ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ 10.1 ਦਾ 11ਵਾਂ ਅਤੇ 12ਵਾਂ ਸਵਾਲ ਹੱਲ ਕਰਨਾ ਹੈ। ਧੰਨਵਾਦ ਬੱਚਿਓ।